ਸਤਨਾਮ ਸ਼੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਇਆਲ। ਇਕ ਅੱਖਰ ਹਰਿ ਮਨ ਬਸਤ ਨਾਨਕ ਹੋਤ ਨਿਹਾਲ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸ਼ਰਨਾਇ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਤੁਧ ਆਗਹਿ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਰਹਿਮਤ ਕਿਰਪਾ ਮਿਹਰ ਹੋਈ ਹੈ। ਸੇਵਾ ਦੇ ਸੁਭਾਗ ਸਮੇਂ ਪ੍ਰਾਪਤ ਹੋਏ ਆ। ਜੋ ਵੀ ਗੁਰਸਿੱਖ ਪਿਆਰੇ ਸਮੂਹ ਮਾਈ ਭਾਈ ਆਪ ਜੀ ਸ਼ਰਧਾ ਭਾਵਨਾ ਦੇ ਨਾਲ ਨਿਤਨੇਮ ਅਨੁਸਾਰ ਸਤਿਗੁਰਾਂ ਦੇ ਚਰਨਾਂ ਦੀਆਂ ਹਾਜ਼ਰੀਆਂ ਭਰਦੇ ਹੋ। ਸਾਰੇ ਹੀ ਧੰਨਤਾ ਦੇ ਯੋਗ ਹੋ ਜੀ। ਆਪਣੇ ਸਮੇਂ ਨੂੰ, ਸਵਾਸਾਂ ਨੂੰ, ਮਨੁੱਖਾ ਜਨਮ ਨੂੰ ਲੇਖੇ ਵਿੱਚ ਲਾਉਣ ਦਾ ਯਤਨ ਕਰ ਰਹੇ ਹੋ। ਅੰਮ੍ਰਿਤ ਵੇਲੇ ਦੀ ਸਾਂਭ ਹੀ ਤਾਂ ਕਰਨੀ ਹੈ, ਬਾਣੀ ਪੜ੍ਹਨੀ ਹੀ ਤਾਂ ਹੈ, ਸੇਵਾ ਕਰਨੀ ਹੀ ਤਾਂ ਹੈ। ਜੋ ਰੋਜ਼ਮर्रा ਦੀ ਜ਼ਿੰਦਗੀ ਦਾ ਸਮਾਂ ਅਸੀਂ ਗੁਜ਼ਾਰਦੇ ਹਾਂ, ਜੀਵਨ ਜਿਉਂਦੇ ਹਾਂ ਸਾਰੇ, ਉਹਦੇ ਵਿੱਚ ਬਦਲਾਅ ਆਵੇ। ਬਦਲਾਅ ਬੰਦਾ ਆਪਣੇ ਆਦ ਨੂੰ ਚੇਤੇ ਰੱਖੇ ਤੇ ਅੰਤ ਕੀ ਹੈ, ਮੂਲ ਕੀ ਹੈ ਸਾਡਾ, ਅਖੀਰ ਕੀ ਹੈ। ਲੋਕ ਦੁਨਿਆਵੀ ਤੌਰ ਤੇ ਵੱਡੇ ਜਨਮ ਦਿਨ ਮਨਾਉਂਦੇ ਨੇ। ਸਿਆਣੇ ਬੰਦੇ ਵੀ ਜਨਮ ਦਿਨ ਆ ਜੀ ਅੱਜ ਸਾਡਾ, ਭੁਲੇਖਾ ਪੈਂਦਾ ਸਭ ਨੂੰ। ਬੱਚਾ ਤਾਂ ਮਨਾਵੇ ਠੀਕ ਹੈ, ਹਰ ਇੱਕ ਦਿਨ ਮਰ ਰਹੇ ਹਾਂ ਆਪਾਂ, ਹਰ ਇੱਕ ਦਿਨ ਮਰਦੇ ਜਾਂਦੇ ਹਾਂ। ਜ਼ਿੰਦਗੀ ਵੱਧਦੀ ਥੋੜ੍ਹੀ ਜਾਂਦੀ ਆ, ਘਟਦੀ ਜਾਂਦੀ ਆ। ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਵ ਘਟੈ ਤਨ
ਸੀਜੈ। ਕਾਲ ਇਹੇਰੀ ਫਿਰੈ ਬਦਕ ਜਾਂ ਕਹੋ ਕਬਨ ਵਿਦ ਕੀਜੈ। ਦਿਨੋਂ ਦਿਨ ਮਰਦੇ ਜਾਂਦੇ। ਇਹ ਘੁਣ ਲੱਗਿਆ ਹੋਇਆ ਸਵਾਸਾਂ ਰੂਪੀ, ਖਤਮ ਹੋ ਰਿਹਾ, ਹੌਲੀ ਹੌਲੀ ਇਹਨੇ ਬਿਨਸ ਜਾਣਾ। ਸੋ ਪ੍ਰੇਮੀਓ, ਰੱਬ ਨਾਲ ਮਿਲਣਾ, ਉਹਦੇ ਬਾਰੇ ਗਿਆਨ ਹੋਵੇ ਤੇ ਆ ਦੁਨੀਆ 'ਚ ਆਇਆ ਹੋਇਆ ਸਾਡਾ ਲੇਖੇ ਲੱਗ ਜਾਏ। ਕੋਸ਼ਿਸ਼ ਹੋਵੇ ਬੰਦੇ ਦੀ, ਗਿਣਤੀ ਦੇ ਨੇ ਸਾਂ। ਅਣਘਾਲੇ ਸਭ ਦਿਵਸ ਸਾਸ ਨਹਿ ਵਢਨ ਘਟਨ ਤਿਲਸਾਰ। ਜਿੰਨੇ ਪਾ ਤੇ ਨਾ ਇੱਕ ਵਾਰੀ, ਜੋ ਕੁਛ ਪਾਇਆ ਸੋ ਇੱਕਾ ਵਾਰ। ਜਿੰਨੇ ਪਾ ਦਿੱਤੇ ਸਾਂ ਇੱਕ ਵਾਰੀ ਮਾਲਕ ਨੇ, ਓਨੀ ਆਉਣੇ ਨੇ। ਨਾ ਉਹਨਾਂ ਨੇ ਉਹ ਗਿਣਤੀ ਤੋਂ ਵਧਣਾ ਨਾ ਘਟਣਾ, ਚੱਲ ਰਹੀ ਹੈ। ਸੋ ਕੋਸ਼ਿਸ਼ ਹੋਵੇ, ਸਾਡਾ ਸੰਸਾਰ ਵਿੱਚ ਆਇਆ, ਦੁਨੀਆ 'ਚ ਆਇਆ, ਸਾਡਾ ਲੇਖੇ ਲੱਗੇ। ਆਓ ਜੀ ਲੜੀਵਾਰ ਕਥਾ ਉਹਦੀ ਕਿਰਪਾ ਦੇ ਨਾਲ ਵਿਚਾਰਨ ਦੇ ਲਈ ਸਾਨੂੰ ਮਾਲਕ ਨੇ ਬਖਸ਼ਿਸ਼ ਕੀਤੀ ਹੈ। ਅੱਜ ਦਾ ਜਿਹੜਾ ਸ਼ਬਦ ਹੈ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸ੍ਰੀ ਰਾਗ ਦੇ ਵਿੱਚ ਘਰ ਪਹਿਲੇ ਸੁਰ ਤਾਲ, ਸੁਰ ਤਾਲ, ਰਾਗਾਂ ਦੇ ਵੀ ਘਰ ਹੁੰਦੇ ਨੇ। ਰਾਗਾਂ ਦੇ ਘਰ, ਫਲਾਣੇ ਘਰ ਬੈਠਣਾ, ਕੋਈ ਸ਼ਬਦ ਕਿਤੋਂ ਸ਼ੁਰੂ ਹੁੰਦਾ ਹੈ, ਜਿਹੜਾ ਰਾਗ ਵਿਦਿਆ ਦਾ ਖੋਜੀ ਉਹਨੂੰ ਪਤਾ ਹੋਵੇ ਗੱਲਾਂ ਦਾ। ਸੁਰ ਤਾਲ ਦੇ ਵਿੱਚ ਕਈ ਬੰਦੇ ਵੈਰਾਗਮਈ ਗਾਉਂਦੇ ਨੇ, ਕਈਆਂ ਨੂੰ ਪਸੰਦ ਹੈ ਵੈਰਾਗਮਈ। ਸੰਸਾਰਕ ਗੀਤ ਲਾ ਲਓ, ਗਾਉਣ ਲਾ ਲਓ। ਕਈਆਂ ਨੂੰ ਨੱਚਣ ਟੱਪਣ ਪਸੰਦ ਹੈ, ਉਹ ਵੱਖਰੀ ਚੋਇਸ ਹੈ, ਵੱਖਰੀ ਵਿਚਾਰ ਹੈ। ਭਾਵ ਇਹ ਰਾਗਾਂ ਦੇ ਘਰ ਨੇ। ਕਿਹੜੇ ਸੁਰ ਤਾਲ ਦੇ ਵਿੱਚ ਮਹਾਰਾਜ ਨੇ ਇਹ ਬਚਨ ਉਚਾਰਨ ਕੀਤਾ ਹੈ? ਇਹਦੇ ਵਿੱਚ ਮਹਾਰਾਜ ਪੈਰਾਂ ਦੇ ਪ੍ਰਤੀ, ਪਹਿਰ, ਜਿਵੇਂ ਪਹਿਲਾ ਪੈਰ, ਦੂਜਾ ਪੈਰ, ਤੀਜਾ ਪੈਰ, ਚੌਥਾ ਪੈਰ, ਦਿਨ ਰਾਤ ਦੇ 8 ਪੈਰ ਹੋ ਗਏ। ਇਹਨਾਂ ਦੇ ਪ੍ਰਤੀ ਮਹਾਰਾਜ ਨੇ ਬਚਨ ਉਚਾਰੇ ਨੇ। ਤੇ ਇਸ ਸ਼ਬਦ ਦੀ ਉਥਾਨਕਾ ਕੀ ਹੈ? ਇਹ ਸ਼ਬਦ ਮਹਾਰਾਜ ਨੇ, ਗੁਰੂ ਨਾਨਕ ਸਾਹਿਬ ਜੀ ਨੇ ਕਿੱਥੇ, ਕਿਵੇਂ, ਕਿਉਂ ਉਚਾਰਨ ਕੀਤਾ? ਆਓ ਉਹਦੀ ਵਿਚਾਰ ਕਰੀਏ। ਇਸ ਸ਼ਬਦ ਦੀ ਉਥਾਨਕਾ ਕੀ ਹੈ? ਇਹ ਸ਼ਬਦ ਜਿਹੜਾ ਹੈ ਸਾਧ ਸੰਗਤ ਜੀ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਸ਼ਮੀਰ ਦੇ ਇਲਾਕੇ ਵਿੱਚ ਉਚਾਰਿਆ ਸੀ। ਕਸ਼ਮੀਰ, ਸਤਿਗੁਰੂ ਜਗਤ ਜਲੰਦੇ ਨੂੰ ਤਾਰਦੇ ਤਾਰਦੇ ਕਸ਼ਮੀਰ ਦੇ ਇਲਾਕੇ ਵਿੱਚ, ਜੰਮੂ ਸ਼ਹਿਰ ਜੋ ਬੜਾ ਪ੍ਰਸਿੱਧ ਅੱਜ ਵੀ, ਉੱਥੇ ਮਹਾਰਾਜ ਪਹੁੰਚੇ ਨੇ। ਇੱਥੇ ਜਾਮਾਵੰਤ ਦੀ ਗੁਫਾ ਹੈ। ਜਾਮਾਵੰਤ ਗੁਫਾ ਹੈ, ਉਹ ਇੱਕ ਜਪ ਤਪ ਕਰਨ ਵਾਲਾ ਸੀਗਾ। ਕਹਿੰਦੇ ਜਾਮਾਵੰਤ ਦੇ ਤਪ ਸਥਾਨ ਤੋਂ ਇੱਥੇ ਬਸਤੀ ਆਰੰਭ ਹੋਈ। ਜਾਮਾਵੰਤ ਦੀ ਗੁਫਾ ਦੇ ਨਾਂ ਤੇ ਜੰਮੂ ਸ਼ਹਿਰ ਪ੍ਰਸਿੱਧ ਹੋਇਆ। ਇੱਥੇ ਵਣਜਾਰਿਆਂ ਦੇ ਨਗਰ ਸਨ, ਜਿਨ੍ਹਾਂ ਦੇ ਵਿੱਚ ਟਾਂਡੇ ਨਾਮ ਦੇ ਨਗਰ ਦੇ ਵਿੱਚ ਗੁਰੂ ਸਾਹਿਬ ਜੀ ਬਿਰਾਜੇ ਸਨ। ਨਗਰ ਦੇ ਬਾਹਰ ਬਾਗ ਸੀਗੇ, ਜਿਸ ਦੇ ਵਿੱਚ ਗੁਰੂ ਸਾਹਿਬ ਜੀ ਬਿਰਾਜਮਾਨ ਹੋਏ। ਤੇ ਇਹਨਾਂ ਵਣਜਾਰਿਆਂ ਦਾ ਜਿਹੜਾ ਰਾਜਾ ਸੀ ਨਾ, ਰਾਜਾ, ਉਸ ਰਾਜੇ ਦੇ ਘਰ ਕੋਈ ਔਲਾਦ ਨਹੀਂ ਸੀ, ਬੱਚਾ ਨਹੀਂ ਸੀ ਕਈ ਸਾਲਾਂ ਤੋਂ।
ਜਿਸ ਦੇ ਵਿੱਚ ਗੁਰੂ ਸਾਹਿਬ ਜੀ ਉਸ ਨਗਰ ਦੇ ਵਿੱਚ ਵਿਰਾਜੇ। ਉਹ ਰਾਜਾ ਜਿਹੜਾ ਸੀਗਾ ਬੇ ਔਲਾਦ ਸੀ। ਕਾਫੀ ਟਾਈਮ ਲੰਘਣ ਦੇ ਬਾਅਦ ਉਹ ਰਾਜੇ ਦੇ ਘਰ ਬੱਚਾ ਪੈਦਾ ਹੋਇਆ, ਔਲਾਦ ਹੋਈ, ਪੁੱਤਰ ਨੇ ਜਨਮ ਲਿਆ। ਪੁੱਤਰ ਦੀਆਂ ਜੰਮਣ ਦੀਆਂ ਖੁਸ਼ੀਆਂ ਜਿਹੜੀਆਂ ਸੀ ਫਿਰ ਲੋਕਾਂ ਦੇ ਵਿੱਚ ਬੜੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ, ਖੁਸ਼ੀਆਂ ਵੰਡੀਆਂ ਜਾ ਰਹੀਆਂ ਨੇ ਸਾਰੇ ਰਾਜ ਦੇ ਵਿੱਚ ਵੀ ਰਾਜੇ ਦੇ ਘਰ ਪੁੱਤ ਪੈਦਾ ਹੋਇਆ। ਆਲੇ ਦੁਆਲੇ ਜਿਹੜਾ ਵੀ ਵਧਾਈ ਦਿੰਦਾ ਉਹਨੂੰ ਬੇਅੰਤ ਮਠਿਆਈਆਂ, 2.5 ਸੇਰ ਮਠਿਆਈ ਦਿੱਤੀ ਜਾਂਦੀ ਉਹਨਾਂ ਨੂੰ। ਜਿਹੜਾ ਵੀ ਵਧਾਈ ਦੇਣ ਜਾਂਦਾ, ਇਤਨੀਆਂ ਖੁਸ਼ੀਆਂ ਵੰਡੀਆਂ ਜਾ ਰਹੀਆਂ ਨੇ। 2.5 ਸੇਰ ਮਠਿਆਈ ਤੋਲ ਕੇ ਦੇ ਦਿੰਦੇ ਜਿਹੜਾ ਵੀ ਵਧਾਈ ਦਿੰਦਾ। ਖਾਣ ਪੀਣ ਦੇ ਦੌਰ, ਮਾਸ ਮਿੱਟੀ ਵੀ ਚੱਲਣ ਲੱਗਿਆ ਉਸ ਟਾਈਮ। ਖੁਸ਼ੀਆਂ ਨੇ, ਹਰ ਇੱਕ ਘਰ ਦੇ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ। ਤੇ ਗੁਰਮੁਖ ਪਿਆਰਿਓ, ਕਿਸੇ ਨੇ ਵੀ ਨਾ, ਮਹਾਰਾਜ ਭਾਈ ਮਰਦਾਨਾ ਜੀ, ਭਾਈ ਬਾਲਾ ਜੀ ਬਾਹਰ ਬੈਠੇ ਨੇ ਨਗਰ ਤੋਂ, ਕਿਸੇ ਨੇ ਵੀ ਸਤਿਗੁਰਾਂ ਦੀ, ਭਾਈ ਮਰਦਾਨਾ ਜੀ, ਬਾਲਾ ਜੀ ਦੀ ਸਾਰ ਨਹੀਂ ਲਈ, ਪੁੱਛਿਆ ਨਹੀਂ ਕਿਸੇ ਨੇ। ਉਹ ਆਪਣੀਆਂ ਖੁਸ਼ੀਆਂ 'ਚ ਮਗਨ। ਸਮਾਂ ਲੰਘਦਾ ਗਿਆ, ਕੁਝ ਘੰਟੇ ਲੰਘੇ। ਭਾਈ ਮਰਦਾਨਾ ਜੀ ਹੈਰਾਨ, ਵੇਖਿਆ ਵੀ ਕੋਈ ਵੀ ਨਹੀਂ ਪੁੱਛਦਾ, ਰੋਟੀ ਪਾਣੀ ਲੰਗਰ ਪ੍ਰਸ਼ਾਦਾ। ਫਿਰ ਕਿਸੇ ਨੇ ਪੁੱਛਿਆ ਵੀ ਕਾਰਨ ਕੀ ਹੈ? ਉਹ ਕਹਿੰਦੇ ਰਾਜੇ ਦੇ ਘਰ ਬੱਚਾ ਪੈਦਾ ਹੋਇਆ, ਲੋਕ ਜਿਹੜੇ ਨੇ ਉਧਰ ਮਗਨ ਨੇ। ਤੇ ਸਾਧ ਸੰਗਤ ਜੀ ਵੀ ਲੋਕ ਉਧਰ ਨੂੰ ਖੁਸ਼ੀਆਂ ਮਨਾ ਰਹੇ ਨੇ। ਭਾਈ ਮਰਦਾਨੇ ਨੂੰ ਬੜੀ ਭੁੱਖ ਲੱਗੀ। ਮਹਾਰਾਜ ਬੁੱਝ ਲੈਂਦੇ ਸਨ ਕਿ ਮਰਦਾਨੇ ਨੂੰ ਭੁੱਖ ਲੱਗੀ ਹੈ। ਫਿਰ ਆਪ ਵੀ ਮਹਾਰਾਜ ਭੁੱਖ ਦਾ ਬਹਾਨਾ ਬਣਾ ਲੈਂਦੇ, ਉਹਨੂੰ ਵੀ ਛਕਾ ਦਿੰਦੇ। ਸੋ ਹੁਣ ਭਾਈ ਮਰਦਾਨੇ ਤੋਂ ਭੁੱਖ ਸਹਾਰ ਨਾ ਹੋਈ ਤੇ ਆਖਣ ਲੱਗੇ, ਮਹਾਰਾਜ ਭੁੱਖ ਬੜੀ ਲੱਗੀ ਆ, ਜੇ ਤੁਸੀਂ ਹੁਕਮ ਕਰੋ ਮੈਂ ਨਗਰ ਦੇ ਵਿੱਚ ਜਾ ਕੇ, ਪਿੰਡ 'ਚ ਜਾ ਕੇ ਲੰਗਰ ਪ੍ਰਸ਼ਾਦਾ ਲੈ ਆਵਾਂ, ਗੱਫਾ ਲੈ ਆਵਾਂ। ਮਹਾਰਾਜ ਆਖਣ ਲੱਗੇ, ਕੋਈ ਗੱਲ ਨਹੀਂ, ਭਰੋਸਾ ਰੱਖ ਕਰਤਾਰ ਤੇ, ਨਿਰੰਕਾਰ ਤੇ, ਚਿੰਤਾ ਕਿਉਂ ਕਰਦਾ? ਕਹਿੰਦਾ ਮਹਾਰਾਜ ਕਿੰਨਾ ਕੁ ਬਰਦਾਸ਼ਤ ਕਰੂੰਗਾ, ਬੜੀ ਭੁੱਖ ਲੱਗੀ ਹੈ, ਮੈਂ ਕਰਾਂ ਕੀ? ਨਹੀਂ ਸਹਿਆ ਜਾਂਦਾ ਭੁੱਖ ਦਾ ਦੁੱਖ ਜਿਹੜਾ। ਕਈਆਂ ਤੋਂ ਤਾਂ ਸਾਰੇ ਨਹੀਂ ਹੁੰਦਾ, ਇਹ ਲੰਘਾ ਲੈਂਦੇ 2-3 ਦਿਨ, ਕਈ 10 ਮਿੰਟ ਨਹੀਂ ਸਾਰ ਸਕਦੇ ਖਾਏ ਪੀਏ ਬਿਨਾਂ। ਗੁਰੂ ਨਾਨਕ ਆਖਣ ਲੱਗੇ, ਮਰਦਾਨੇ ਆ ਭਰੋਸਾ ਰੱਖ ਨਿਰੰਕਾਰ ਤੇ। ਚਲੋ ਕੁਛ ਟਾਈਮ ਟਿਕਿਆ, ਦੁਬਾਰਾ ਫਿਰ ਮਹਾਰਾਜ ਕਿਰਪਾ ਕਰੋ, ਹੁਕਮ ਦੇ ਦਿਓ, ਆਗਿਆ ਦੇ ਦਿਓ, ਮੈਂ ਜਾਵਾਂ ਪਿੰਡ ਦੇ ਵਿੱਚ, ਨਗਰ ਦੇ ਵਿੱਚ ਲੈ ਆਵਾਂ ਕੁਛ ਮੰਗ ਕੇ। ਗੁਰੂ ਨਾਨਕ ਕਹਿੰਦੇ ਤੇਰੀ ਮਰਜ਼ੀ ਹੈ, ਫਿਰ ਤੂੰ ਨਹੀਂ ਟਿਕਦਾ ਤਾਂ ਚੱਲ ਜਾ, ਫਿਰ ਲੈ ਆ ਭਾਈ, ਕੀ ਕਰ ਸਕਦੇ। ਸਤਿਗੁਰਾਂ ਤੋਂ ਆਗਿਆ ਲੈ ਕੇ ਭਾਈ ਮਰਦਾਨਾ ਤੁਰ ਪਿਆ, ਨਗਰ ਦੇ ਵਿੱਚ ਜਾਂਦਾ। ਹਰ ਪਾਸੇ ਖੁਸ਼ੀਆਂ ਦੇ ਦੌਰ ਨੇ, ਨੱਚਦੇ ਟੱਪਦੇ ਫਿਰਦੇ ਨੇ ਲੋਕ। ਪੁੱਛਣ ਲੱਗੇ ਵੀ ਆਹ ਕੀ ਹੋਇਆ ਹੋਇਆ? ਸਾਰਾ ਨਗਰ ਹੀ ਐਵੇਂ ਖੁਸ਼ੀਆਂ ਦੇ ਨਾਲ ਝੂਮਦਾ ਫਿਰਦਾ, ਕੋਈ ਕਿਧਰ ਨੂੰ ਪੰਡੋਕਲੀ ਚੱਕੀ ਜਾਂਦਾ, ਕੋਈ ਕਿਧਰੇ ਨੂੰ ਜਾਂਦਾ। ਉਹ ਆਖਣ ਲੱਗੇ, ਫਕੀਰ ਜੀ ਸਾਡੇ ਰਾਜੇ ਦੇ ਘਰ ਔਲਾਦ ਨਹੀਂ ਸੀ, ਹੁਣ ਨਿਰੰਕਾਰ ਦੀ ਕਿਰਪਾ ਦੇ ਨਾਲ ਬੱਚਾ ਪੈਦਾ ਹੋਇਆ, ਪੁੱਤਰ ਪੈਦਾ ਹੋਇਆ, ਖੁਸ਼ੀਆਂ ਵੰਡੀਆਂ ਜਾ ਰਹੀਆਂ ਨੇ। ਜਿਹੜਾ ਵੀ ਵਧਾਈ ਦਿੰਦਾ ਹੈ ਉਹਨੂੰ 2.5 ਸੇਰ ਮਠਿਆਈ ਦਿੱਤੀ ਜਾਂਦੀ ਹੈ। ਭਾਈ ਮਰਦਾਨਾ ਕਹਿੰਦਾ ਵੀ ਇਹ ਤਾਂ ਕੰਮ ਠੀਕ ਹੈ, ਰਾਜੇ ਦੇ ਚੱਲਦੇ ਆ, ਉੱਥੇ ਵਧਾਈ ਦਿੰਦੇ ਆ, 2.5 ਸੇਰ ਮਠਿਆਈ ਲਿਆਉਣੇ ਆ।
ਤੇ ਜਾ ਕੇ ਗੁਰਸਿੱਖ ਪਿਆਰਿਓ ਫਕੀਰ ਰੂਪ ਭਾਈ ਮਰਦਾਨੇ ਨੇ ਰਾਜੇ ਦੇ ਘਰ ਵਧਾਈ ਦਿੱਤੀ ਤੇ 2.5 ਸੇਰ ਮਠਿਆਈ, ਕੱਚੇ ਸਿਰ ਹੁੰਦੇ ਸਨ ਪੁਰਾਣੇ, ਭਾਈ ਮਰਦਾਨੇ ਨੂੰ ਦੇਤੀ। ਤੇ ਭਾਈ ਮਰਦਾਨਾ ਜੀ ਆਖਣ ਲੱਗੇ ਕਿ 2 ਮੇਰੇ ਸਾਥੀ ਹੋਰ ਨੇ, ਮੇਰੇ ਨਾਲ ਮੇਰੇ ਸਾਥੀ ਨੇ 2 ਬਾਹਰ ਬੈਠੇ ਨੇ ਨਗਰ ਤੋਂ, ਉਹਨਾਂ ਦੀ ਵੀ ਦਿਓ, ਉਹਨਾਂ ਦਾ ਹਿੱਸਾ ਵੀ ਦੇ ਦਿਓ। ਤਕਰੀਬਨ 7.5 ਸੇਰ ਉਹਨਾਂ ਨੇ ਉਹ ਮਠਿਆਈ ਦਾ ਜਿਹੜਾ ਸੀਗਾ ਇੱਕ ਪੰਡੋਕਲਾ ਜਿਹਾ ਬੰਨ੍ਹ ਕੇ ਭਾਈ ਮਰਦਾਨੇ ਨੂੰ ਦੇਤਾ। ਭਾਈ ਮਰਦਾਨਾ ਲੈ ਕੇ ਤੁਰ ਪਿਆ ਮਹਾਰਾਜ ਵੱਲ ਨੂੰ। ਸਤਿਗੁਰਾਂ ਦੇ ਕੋਲ ਜਦੋਂ ਪਹੁੰਚਿਆ ਨਾ, ਮਹਾਰਾਜ ਕਹਿੰਦੇ ਆ ਕੀ ਚੁੱਕੀ ਫਿਰਦਾ ਭਾਈ? ਜਾਣੀ ਜਾਣ ਸਤਿਗੁਰੂ ਸਾਹਿਬ ਪਤਾ ਉਹਨਾਂ ਨੂੰ ਵੀ ਕੀ ਹੈ। ਜਦ ਕੋਈ ਵਿਧ ਬਣਦੀ ਆ, ਸਤਿਗੁਰ ਕਹਿੰਦੇ ਮਰਦਾਨੇ ਆ ਕੀ ਲਈ ਫਿਰਦਾ? ਉਹ ਆਖਣ ਲੱਗਿਆ ਮਹਾਰਾਜ ਇੱਥੇ ਰਾਜੇ ਦੇ ਘਰ ਪੁੱਤਰ ਪੈਦਾ ਹੋਇਆ ਕਈ ਸਾਲਾਂ ਬਾਅਦ, ਬੱਚਾ ਨਹੀਂ ਸੀ ਪਹਿਲਾਂ, ਉਹਦੀਆਂ ਖੁਸ਼ੀਆਂ ਨੇ, ਉਹਦੀਆਂ ਵਧਾਈਆਂ ਨੇ। 2.5 ਸੇਰ ਮਠਿਆਈ ਦਿੱਤੀ ਜਾਂਦੀ ਹੈ ਵਧਾਈ ਦੇਣ ਵਾਲੇ, ਮੈਂ ਤੁਹਾਡਾ ਹਿੱਸਾ ਵੀ ਲੈ ਕੇ ਆਇਆ। ਮਹਾਰਾਜ ਆਖਣ ਲੱਗੇ ਮਰਦਾਨਿਆਂ ਇੰਨੀ ਪੈਰੀ ਵਾਪਸ ਹੋ ਜਾ, ਮੋੜ ਕੇ ਆ। ਵਾਪਸ ਕਰਕੇ ਆ। ਭਾਈ ਮਰਦਾਨਾ ਕਹਿੰਦਾ ਮਹਾਰਾਜ ਇਹਦੇ ਵਿੱਚ ਵਾਪਸ ਮੋੜਨ ਵਾਲੀ ਕੀ ਗੱਲ ਹੈ? ਹੁਕਮ ਮੰਨਣ ਵਾਲਾ ਸੀਗਾ, ਪੁੱਛਣਾ ਤਾਂ ਬਣਦਾ ਸੀ। ਮਹਾਰਾਜ ਕਾਰਨ? ਗੁਰੂ ਨਾਨਕ ਆਖਣ ਲੱਗੇ ਮਰਦਾਨਿਆਂ ਇਹ ਵਧਾਈ ਨਹੀਂ, ਇਹ ਖੁਸ਼ੀ ਨਹੀਂ ਆ, ਇਹ ਜ਼ਹਿਰ ਹੈ। ਉਹ ਕਹਿੰਦੀ ਜੀ ਕਿਵੇਂ? ਸਤਿਗੁਰ ਆਖਣ ਲੱਗੇ ਮਰਦਾਨਿਆਂ ਇਹ ਜਿਹੜਾ ਬੱਚਾ ਇਹਨਾਂ ਦੇ ਪੈਦਾ ਹੋਇਆ ਉਹ ਅਣਜਾਣ ਨੇ, ਨਹੀਂ ਪਤਾ ਉਹਨਾਂ ਨੂੰ। ਇਸ ਬੱਚੇ ਨੇ ਸਵੇਰ ਹੁੰਦਿਆਂ ਹੀ ਸੰਸਾਰ ਤੋਂ ਕਾਲ ਚਲਾਣਾ ਕਰ ਜਾਣਾ, ਮਰ ਜਾਣਾ ਨੇ। ਸਵੇਰ ਹੁੰਦਿਆਂ ਹੀ ਇਹ ਜਿਹੜੀਆਂ ਖੁਸ਼ੀਆਂ ਨੇ, ਵਧਾਈਆਂ ਨੇ, ਗਮੀ 'ਚ ਤਬਦੀਲ ਹੋ ਜਾਣਗੀਆਂ। ਅਸੀਂ ਭਾਵ ਇਹ ਆਪਣਾ ਜਿਹੜਾ ਪਿਛਲੇ ਜਨਮ ਦਾ ਲੇਖਾ ਜੋਖਾ ਲੈਣ ਦੇਣ ਜਿਹੜਾ ਹੈ, ਇਸ ਰਾਜੇ ਦੇ ਘਰ ਇਹਨੇ ਜਨਮ ਲਿਆ, ਉਹ ਆਪਣਾ ਪੂਰਾ ਕਰਨ ਆਇਆ, ਉਹ ਆਪਣਾ ਪੂਰਾ ਕਰਨ ਵਾਸਤੇ ਆਇਆ। ਇਹ ਵਾਪਸ ਕਰੇ ਉਹਨਾਂ ਦਾ, ਆਪਣੇ ਵਾਸਤੇ ਖਾਣਾ ਇਹ ਜ਼ਹਿਰ ਹੈ। ਉਹ ਲੇਖਾ ਲੈਣ ਆਇਆ, ਆਪਣਾ ਲੈਣ ਦੇਣ ਦਾ ਸੰਬੰਧ ਉਹਦਾ ਜਦੋਂ ਪੂਰਾ ਹੋ ਗਿਆ। ਕਈ ਆਪਣੇ ਨਾਲ ਵੀ ਸੰਸਾਰ 'ਚ ਬਣਦਾ, ਰੱਬ ਨਾ ਕਰੇ ਏਦਾਂ ਕਿਸੇ ਦੇ ਹੋਵੇ, ਪਰ ਗੁਰਮੁਖੋ ਕਰਮਾਂ ਦੇ ਲੇਖੇ ਨੇ। ਜੈਸਾ ਬੀਜੈ ਸੋ ਲੂਣਾ, ਕਰਮਾ ਸੰਦੜਾ ਖੇਤ। ਪੜ੍ਹਦੇ ਹੁੰਦੇ ਹਨ, ਜੈਸਾ ਬੀਜੇਗਾ ਵੱਡੇਗਾ, ਮਨਾ ਮੇਰਿਆ ਫਲ ਤੇਰੇ ਕਰਮਾਂ ਦੇ। ਕਰਮਾਂ ਦੇ ਫਲ ਨੇ। ਮਹਾਰਾਜ ਆਖਣ ਲੱਗੇ ਮਰਦਾਨਿਆਂ ਇਹ ਜ਼ਹਿਰ ਆਪਾਂ ਨਹੀਂ ਖਾ ਸਕਦੇ। ਉਸ ਬੱਚੇ ਨੇ ਸਵੇਰ ਹੁੰਦਿਆਂ ਹੀ ਸੰਸਾਰ ਤੋਂ ਤੁਰ ਜਾਣਾ। ਕਹਿੰਦਾ ਜੀ ਠੀਕ ਹੈ, ਚਲਾ ਗਿਆ ਜੀ ਵਾਪਸ ਕਰਨ। ਪਹੁੰਚਿਆ ਨਾ ਜਦੋਂ ਰਾਜੇ ਦੇ ਭਾਈ ਮਰਦਾਨਾ, ਤੇ ਆਖਣ ਲੱਗਿਆ ਜੀ ਮੇਰੇ ਗੁਰੂ ਦਾ ਹੁਕਮ ਹੈ, ਅਸੀਂ ਇਹ ਤੁਹਾਡਾ ਦਾਨ ਜਿਹੜਾ, ਵਧਾਈਆਂ ਜਿਹੜੀਆਂ ਨੇ, ਖੁਸ਼ੀਆਂ ਜਿਹੜੀਆਂ ਨੇ, ਆ ਮਠਿਆਈਆਂ ਜਿਹੜੀਆਂ ਨੇ, ਅਸੀਂ ਨਹੀਂ ਰੱਖ ਸਕਦੇ, ਵਾਪਸ ਲਓ ਇਹਨਾਂ ਨੂੰ। ਉਹ ਆਖਣ ਲੱਗੇ ਫਕੀਰ ਜੀ ਇਹ ਜਿਹੜੀ ਵਧਾਈ ਹੈ, ਆ ਖਾਣਾ ਦਾਣਾ ਜਿਹੜਾ ਹੈ, ਇਹ ਅਸੀਂ ਆਪਣੀ ਮਰਜ਼ੀ ਨਾਲ, ਖੁਸ਼ੀ ਨਾਲ ਤੁਹਾਨੂੰ ਦਿੱਤਾ। ਹੁਣ ਭਾਈ ਮਰਦਾਨੇ ਨੂੰ ਉਹਨਾਂ ਦਾ ਕੀ ਦੱਸਣਾ ਸੀ ਵੀ ਏਦਾਂ ਹੋਣਾ। ਨਾਲ ਹੀ ਮਹਾਰਾਜ ਨੇ ਇਹ ਵੀ ਆਖਿਆ ਸੀ ਮਰਦਾਨਿਆਂ ਇਹ ਕਰਤਾਰ ਦਾ ਭਾਣਾ ਹੈ, ਇਹ ਡੂੰਘੀਆਂ ਉਹਦੀਆਂ ਰਮਜਾਂ ਨੇ, ਦੱਸੀਆਂ ਨਹੀਂ ਜਾਂਦੀਆਂ, ਫਿਰ ਵੀ ਤੈਨੂੰ ਦੱਸ ਰਹੇ ਆ ਵੀ ਉਹਨੇ ਬਚਣਾ ਨਹੀਂ, ਸਵੇਰ ਹੁੰਦੀ ਹੀ ਤੁਰ ਜਾਣਾ। ਉਸ ਬੱਚੇ ਨੇ ਅੱਗੇ ਨਾ ਗੱਲ ਕਰੀ, ਪੁੱਠਾ ਪੈ ਜਾਂਦਾ ਕੰਮ। ਇਹ ਨਿਰੰਕਾਰ ਦੇ ਕੌਤਕ ਜਿਹੜੇ ਨੇ ਹਰ ਇੱਕ ਨਾਲ ਸਾਂਝੇ ਨਹੀਂ ਕੀਤੇ ਜਾਂਦੇ। ਸੋ ਰਹੋ ਵਿਚਾਰ। ਭਾਈ ਮਰਦਾਨਾ ਆਖਣ ਲੱਗਿਆ ਭਾਈ ਅਸੀਂ ਇਹ ਤੁਹਾਡਾ ਦਾਨ ਜਿਹੜਾ ਹੈ, ਖੁਸ਼ੀ ਜਿਹੜੀ ਹੈ, ਮਠਿਆਈ ਜਿਹੜੀ ਹੈ, ਅਸੀਂ ਨਹੀਂ ਰੱਖ ਸਕਦੇ, ਤੁਸੀਂ ਇਹਨੂੰ ਵਾਪਸ ਲਓ। ਉਹ ਆਖਣ ਲੱਗੇ ਫਕੀਰ ਜੀ ਅਸੀਂ ਮਰਜ਼ੀ ਨਾਲ ਤੁਹਾਨੂੰ ਦਿੱਤੀ ਹੈ, ਤੁਸੀਂ ਲੈ ਜਾਓ, ਸਾਨੂੰ ਕੋਈ ਚਿੰਤਾ ਨਹੀਂ ਹੈ। ਧੱਕੇ ਨਾਲ ਉਹਨਾਂ ਨੇ ਦੁਬਾਰਾ ਫਿਰ ਵਾਪਸ ਭੇਜਤਾ ਭਾਈ ਮਰਦਾਨੇ ਨੂੰ ਵੀ ਲੈ ਜਾ, ਅਸੀਂ ਵਾਪਸ ਨਹੀਂ ਲੈਂਦੇ। ਮਹਾਰਾਜ ਦੇ ਕੋਲ
ਫਿਰ ਆ ਗਿਆ ਮਰਦਾਨਾ। ਮਹਾਰਾਜ ਨੇ ਫਿਰ ਆਖਿਆ, ਮਰਦਾਨੇ ਆ ਆਪਣੇ ਵਾਸਤੇ ਜ਼ਹਿਰ ਹੈ, ਵੀ ਆਪਾਂ ਇਹ ਨਹੀਂ ਛਕ ਸਕਦੇ, ਤੂੰ ਜਿੱਦਾਂ ਮਰਜ਼ੀ ਕਰ। ਉਹਨਾਂ ਦਾ ਇਹ ਜਿਹੜਾ ਲੈਣ ਦੇਣ ਹੈ ਨਾ, ਖਾਣਾ ਦਾਣਾ ਦੇ ਕੇ ਆ ਵਾਪਸ। ਤੀਜੇ ਵਚਨ ਤੇ ਫਿਰ ਧੱਕੇ ਦੇ ਨਾਲ ਭਾਈ ਮਰਦਾਨਾ ਜੀ ਰਾਜ ਦੇ ਵਿੱਚ, ਉਸ ਰਾਜੇ ਦੇ ਘਰ, ਉਹ ਜਿਹੜਾ ਮਠਿਆਈਆਂ ਦਾ ਟੰਡੋਕਲਾ ਬੰਨਿਆ ਸੀ, ਕੱਚੇ ਸਿਰ ਪੁਰਾਣੇ ਦੇ ਆਇਆ ਧੱਕੇ ਨਾਲ। ਆ ਗਿਆ, ਸਵੇਰ ਹੋਈ, ਰਾਤ ਜਦੋਂ ਲੰਘੀ, ਸਵੇਰ ਹੋਈ, ਉਹ ਰਾਜੇ ਦਾ ਲੜਕਾ ਜਿਹੜਾ ਸੀਗਾ, ਨਿਰੰਕਾਰ ਦਾ ਭਾਣਾ ਜਿਹੜਾ ਸੀ ਵਾਪਰ ਗਿਆ, ਉਹ ਚੱਲ ਵਸਿਆ ਜੀ ਦੁਨੀਆ ਤੋਂ। ਜਿਹੜੀਆਂ ਖੁਸ਼ੀਆਂ ਵੰਡ ਰਹੀਆਂ ਸਨ, ਵਧਾਈਆਂ ਵੰਡ ਰਹੀਆਂ ਸਨ ਰਾਜ ਦੇ ਵਿੱਚ, ਇੱਕ ਸਕਿੰਟ ਦੇ ਵਿੱਚ ਉਹ ਗਮੀਆਂ ਦੇ ਵਿੱਚ ਤਬਦੀਲ ਹੋ ਗਈਆਂ। ਗਮੀਆਂ ਦੇ ਵਿੱਚ ਹਰ ਪਾਸੇ ਰੋਣੇ ਸ਼ੁਰੂ ਹੋ ਗਏ। ਗਮੀ ਦੀ ਲਹਿਰ ਫੈਲ ਗਈ ਰਾਜ ਦੇ ਵਿੱਚ। ਸਾਰੇ ਲੱਗੇ ਰੋਣ, ਵਿਚਾਰਾਂ ਸ਼ੁਰੂ ਹੋਈਆਂ ਵੀ ਇਹ ਕਿਵੇਂ ਹੋ ਸਕਦਾ। ਤੇ ਫਿਰ ਗੁਰਮੁਖੋ ਵਿਚਾਰ ਆਈ ਵੀ ਫਕੀਰ ਆਇਆ ਸੀ, ਉਹਨਾਂ ਨੂੰ 2-3 ਵਾਰੀ ਆਪਾਂ ਮੋੜਿਆ, ਉਹ ਆਏ, ਕੀ ਪਤਾ ਕਿਸੇ ਗੱਲ ਕਾਰਨ ਉਹ ਸਾਡੇ ਤੋਂ ਨਾਰਾਜ਼ ਹੋ ਗਏ ਹੋਣ, ਕਿਸੇ ਗੱਲ ਕਾਰਨ। ਚਲੋ ਉਹਨਾਂ ਨੂੰ ਉਹ ਨਗਰ ਦੇ ਬਾਹਰ ਬੈਠੇ, ਉਹਨਾਂ ਨੂੰ ਜਾ ਕੇ ਮਿਲਦੇ ਆ। ਰਾਜਾ ਹੋਰ ਸੰਗਤਾਂ ਜਿੰਨੇ ਵੀ ਸੀਗੇ ਲੋਕ ਭੀੜਾਂ ਬਣ ਕੇ ਉਸ ਮਰੇ ਹੋਏ ਬੱਚੇ ਨੂੰ ਚੁੱਕਿਆ, ਨਾਲ ਮਹਾਰਾਜ ਦੇ ਚਰਨਾਂ 'ਚ ਆ ਗਏ। ਆ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ, ਐ ਨਿਰੰਕਾਰ ਸਰੂਪ ਮਹਾਤਮਾ ਜੀ, ਫਕੀਰ ਜੀ, ਮਸਾਂ ਕਰਤਾਰ ਨੇ, ਪ੍ਰਮਾਤਮਾ ਨੇ ਘਰ ਬੱਚਾ ਦਿੱਤਾ ਸੀਗਾ, ਉਹ ਚਲਾ ਗਿਆ। ਤੁਸੀਂ ਰੱਬੀ ਰੂਹ ਲੱਗਦੇ ਹੋ, ਕਿਰਪਾ ਕਰੋ ਸਾਡੇ ਇਸ ਬੱਚੇ ਨੂੰ ਤੁਸੀਂ ਜਿਉਂਦਾ ਕਰੋ। ਸਾਨੂੰ ਲੱਗਦਾ ਵੀ ਤੁਹਾਡੀ ਕਿਸੇ ਕਰੋਪੀ ਕਾਰਨ ਸਾਡੇ ਨਗਰ ਦੇ ਵਿੱਚ, ਰਾਜ ਦੇ ਵਿੱਚ ਇਹ ਗਮੀ ਦੀ ਲਹਿਰ ਜਿਹੜੀ ਹੈ ਫੈਲੀ ਹੈ। ਤੁਹਾਡੀ ਸ਼ਾਇਦ ਕਿਸੇ ਕਰੋਪੀ ਕਰਕੇ ਸਾਡਾ ਪੁੱਤਰ ਮਰ ਗਿਆ, ਤੁਸੀਂ ਮਿਹਰ ਕਰੋ। ਸਾਨੂੰ ਨਹੀਂ ਸੀ ਪਤਾ ਲੱਗਿਆ, ਤੁਸੀਂ 2-3 ਦਿਨਾਂ ਦੇ ਬਾਹਰ ਨਗਰ ਤੋਂ ਭੁੱਖੇ ਬੈਠੇ ਹੋ, ਅਸੀਂ ਤੁਹਾਤੋਂ ਖਿਮਾ ਮੰਗਨੇ ਆ, ਮਿਹਰ ਕਰੋ ਕਿ ਸਾਨੂੰ ਬਖਸ਼ੋ। ਗੁਰੂ ਨਾਨਕ ਆਖਣ ਲੱਗੇ, ਭਾਈ ਇਹ ਸਾਡਾ ਕੁਛ ਨਹੀਂ ਆ, ਇਹ ਨਿਰੰਕਾਰ ਦਾ ਭਾਣਾ ਹੈ, ਅਕਾਲ ਪੁਰਖ ਦੀ ਰਜ਼ਾ ਹੈ। ਉਹਨਾਂ ਨੇ ਜਾ ਕੇ ਮਹਾਰਾਜ ਦੇ ਚਰਨਾਂ ਦੇ ਵਿੱਚ ਉਸ ਬੱਚੇ ਨੂੰ ਧਰਨਾ ਕੀਤਾ। ਜੋ ਪਟਿਆਲੇ ਵਾਲੇ ਰਾਜੇ ਆ ਨਾ, ਉਹਨਾਂ ਦੇ ਖਾਨਦਾਨ, ਜੋ ਹੱਥ ਲਿਖ ਤਵਾਰੀਖ ਗੁਰੂ ਖਾਲਸਾ ਪਿਆ ਗ੍ਰੰਥ ਜਿਹੜਾ, ਉਹਦੇ ਵਿੱਚ ਵੀ ਐਸੀ ਲਿਖਿਆ ਕਿ ਮਰੇ ਬੱਚੇ ਨੂੰ ਗੁਰੂ ਸਾਹਿਬ ਜੀ ਪਾਸ ਲੈ ਕੇ ਆਏ ਸਨ, ਤਾਂ ਸੱਚੇ ਪਾਤਸ਼ਾਹ ਜੀ ਨੇ ਪਹਿਲਾ ਸ਼ਬਦ ਵੈਰਾਗ ਪੈਦਾ ਕਰਨ ਵਾਸਤੇ, ਅਤੇ ਮਰੇ ਹੋਏ ਬੱਚੇ ਦੇ ਪਿਤਾ ਅਤੇ ਉਹਦੇ ਚਾਚਾ ਜੀ, ਜੋ ਬਹੁਤ ਹੀ ਵੈਰਾਗ ਕਰਦੇ ਸਨ, ਕਈਆਂ ਨੂੰ ਵਾਲਾ ਸਨੇਹ ਹੁੰਦਾ, ਉਹਨਾਂ ਨੂੰ ਧੀਰਜ ਦੇਣ ਵਾਸਤੇ ਤੇ ਆਮ ਜਿਹੜੇ ਕਲਯੁਗੀ ਜੀਵ ਸਨ, ਉਹਨਾਂ ਨੂੰ ਉਪਦੇਸ਼ ਦੇ ਕੇ ਤਾਰਨ ਦੇ ਲਈ ਇਹ ਸ਼ਬਦ ਉਚਾਰਨ ਕੀਤਾ। ਇਹ ਜਿਹੜਾ ਸ਼ਬਦ ਹੈ ਪੈਰਾਂ ਦੇ ਪ੍ਰਤੀ ਮਹਾਰਾਜ ਨੇ ਉਚਾਰਿਆ, ਵੈਰਾਗਮਈ ਸ਼ਬਦ ਹੈ। ਤੇ ਗੁਰਮੁਖੋ ਫਿਰ ਸਾਰੀ ਸੰਗਤ ਨੇ, ਜਿੰਨੇ ਵੀ ਲੋਕ ਆਏ ਸਨ, ਬੇਨਤੀ ਕੀਤੀ, ਸੱਚੇ ਪਾਤਸ਼ਾਹ ਮਸਾਂ ਇਹਦੀ ਜੜ ਦੀ ਬੁਨਿਆਦ ਲੱਗੀ ਸੀ, ਆਪ ਪੂਰਨ ਹੋ, ਕਿਰਪਾ ਕਰਕੇ ਇਸ ਬੱਚੇ ਨੂੰ ਜੀਵਨ ਦਾਨ ਬਖਸ਼ੋ। ਢਹਿ ਪਈ ਸਾਰੀ ਲੁਕਾਈ ਜਿਹੜੀ ਸੀ ਉਹ ਦੁਨੀਆ, ਉੱਥੇ ਲੋਕ ਆਏ ਸਨ ਮਹਾਰਾਜ ਦੇ ਚਰਨਾਂ 'ਚ। ਤੇ ਸਾਧ ਸੰਗਤ ਜੀ ਕੋਲੋਂ ਭਾਈ ਮਰਦਾਨਾ ਵੀ ਦਇਆ ਦੇ ਘਰ ਵਿੱਚ ਆਇਆ, ਉਹਨੇ ਵੀ ਬੇਨਤੀ ਕੀਤੀ। ਦੇਖਿਆ ਸੀ ਨਗਰ ਦੇ ਵਿੱਚ ਬੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ। ਕਈ ਵਾਰ ਏਦਾਂ ਹੋ ਜਾਂਦਾ ਹੈ ਨਗਰ ਦੇ ਵਿੱਚ ਐਸੀ, ਚਲੋ ਨਾ ਰੱਬ ਕਰੇ ਕੋਈ ਘਟਨਾ ਹੋਵੇ, ਐਸੀ ਘਟਨਾ ਵਾਪਰ ਜਾਂਦੀ ਹੈ, ਸਾਰੇ ਨਗਰ ਦੇ ਵਿੱਚ ਸਹਿਮ ਛਾ ਜਾਂਦਾ ਹੈ, ਗਮੀ ਦੀ ਲਹਿਰ ਪੈਦਾ ਹੋ ਜਾਂਦੀ ਹੈ। ਸਾਰਾ ਨਗਰ ਏਦਾਂ ਲੱਗਦਾ ਹੁੰਦਾ ਵੀ ਕਿ ਪਿੰਡ ਦੇ ਵਿੱਚ ਕੋਈ ਹੈ ਹੀ ਨਹੀਂ। ਐਸਾ ਮਾਹੌਲ ਰੱਬ ਨਾ ਕਰੇ ਕਦੇ ਕਿਸੇ ਨਗਰ ਦੇ ਵਿੱਚ ਬਣੇ।
ਭਾਈ ਮਰਦਾਨਾ ਜੀ ਆਖਣ ਲੱਗੇ, ਮਹਾਰਾਜ ਕਿਰਪਾ ਕਰੋ, ਬੜੀਆਂ ਖੁਸ਼ੀਆਂ ਮਨਾ ਰਹੇ ਸਨ, ਤੁਸੀਂ ਮਿਹਰ ਕਰੋ ਇਸ ਬੱਚੇ ਦੇ ਵਾਸਤੇ। ਉਸ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ 'ਚ ਜ਼ਰੂਰ ਅਰਦਾਸ ਬੇਨਤੀ ਕੀਤੀ ਜਾਵੇ। ਤੇ ਗੁਰਮੁਖੋ ਫਿਰ ਮਹਾਰਾਜ ਨੇ ਇਹ ਬਚਨ ਜਿਹੜਾ, ਸ਼ਬਦ ਜਿਹੜਾ ਉਚਾਰਿਆ ਹੈ, ਭਾਈ ਮਰਦਾਨਾ ਕਹਿੰਦਾ, ਮਹਾਰਾਜ ਤੁਸੀਂ ਕਈਆਂ ਨੂੰ ਜੀਵਨ ਦਾਨ ਬਖਸ਼ਿਆ। ਤੇ ਮਹਾਰਾਜ ਫਿਰ ਆਖਣ ਲੱਗੇ, ਮਰਦਾਨਿਆਂ ਰਬਾਬ ਛੇੜ, ਰਬਾਬ ਸੁਰ ਕਰ, ਬਾਣੀ ਆਈ ਹੈ। ਤੇ ਸਾਰੇ ਲੋਕਾਂ ਨੂੰ ਕਿਹਾ ਕਿ ਰੋਣ ਤੋਂ ਚੁੱਪ ਹੋ ਜਾਓ। ਫਿਰ ਉਹ ਮਰੇ ਪੁੱਤਰ ਨੂੰ ਗੋਦ ਵਿੱਚ ਲੈ ਕੇ ਚੁੱਪ ਹੋ ਕੇ ਬਹਿ ਗਏ। ਮਨ ਵਿੱਚ ਸ਼ਰਧਾ ਆਈ ਕਿ ਆਪ ਨਿਰੰਕਾਰ ਦਾ ਸਰੂਪ ਹੋ, ਸਾਡੇ ਪੁੱਤਰ ਨੂੰ ਜਿਉਂਦਾ ਕਰਨਗੇ। ਉਹਨਾਂ ਦੇ ਮਨ ਵਿੱਚ ਇਹ ਸੰਕਲਪ ਪੈਦਾ ਹੋਇਆ। ਪਹਿਲਾ ਸ਼ਬਦ ਉਪਦੇਸ਼ ਲਈ ਉਚਾਰਨ ਕੀਤਾ ਸਤਿਗੁਰਾਂ ਨੇ। ਜਦੋਂ ਦੂਜਾ ਸ਼ਬਦ ਉਚਾਰਨ ਕੀਤਾ ਤਾਂ ਉਹਨਾਂ ਦਾ ਕਹਿੰਦੇ ਨੇ ਮਰਿਆ ਹੋਇਆ ਪੁੱਤਰ ਸੀ ਜਿਹੜਾ, ਮਰਿਆ ਹੋਇਆ ਪੁੱਤਰ ਸੀ ਜਿਹੜਾ, ਉਹ ਜਿਉਂਦਾ ਹੋ ਗਿਆ। ਗੁਰੂ ਨਾਨਕ ਦੀ ਨਿਗਾਹ ਹੋ ਜਾਏ ਨਾ, ਕਈ ਇਹ ਇਤਫਾਕ ਹੋ ਜਾਂਦੇ ਆ, ਕਈ ਸੰਸਾਰ ਦੇ ਵਿੱਚ ਵਾਪਰੇ ਨੇ ਭਾਣੇ, ਬੰਦਾ ਚਲਾ ਜਾਂਦਾ ਹੈ, ਸਭ ਕੁਝ ਖਤਮ ਹੋ ਜਾਂਦਾ, ਵੀ ਜਵਾਬ ਹੈ। ਕਿਤੇ ਕੋਈ ਦਿੱਤਾ ਲਿਆ ਜਾਂ ਕੁਛ ਵੀ ਲਾਓ, ਉਹ ਨਿਰੰਕਾਰ ਜਾਣਦਾ, ਖੇਡਾਂ ਨੇ ਉਹਦੀਆਂ, ਰੰਗਾਂ ਨੂੰ ਆਪਾਂ ਨਹੀਂ ਸਮਝ ਸਕਦੇ। ਕਿਉਂਕਿ ਪ੍ਰਭ ਭਾਵੈ ਬਿਨ ਸਾਸ ਤੇ ਰੱਖ ਹੈ। ਰੱਬ ਭਾਉਂਦਾ ਨਾ, ਉਹਦੀ ਰਜਾ ਉਹ ਬਿਨਾਂ ਸਾਹਾਂ ਤੋਂ ਵੀ ਰੱਖ ਲੈਂਦਾ। ਫਿਰ ਜਿਹਦੇ ਵੱਲ ਗੁਰੂ ਨਾਨਕ ਦੀ ਨਿਗਾਹ ਹੋ ਜਾਂਦੀ ਹੈ, ਉਹ ਆਪਣੇ ਸਿੱਖਾਂ ਦਾ ਜਨਮ ਮਰਨ ਦਾ ਦੁੱਖ ਜਿਹੜਾ ਹੈ, ਦੁੱਖਾਂ ਦਾ ਜੀਵਨ ਜਿਹੜਾ ਹੈ, ਮਰਨ ਵਾਲਾ ਸਮਾਂ ਜਿਹੜਾ ਸੁਪਨੇ 'ਚ ਜਦੋਂ ਕਟਾ ਸਕਦਾ ਹੈ, ਆ ਸਾਹਮਣੇ ਸੰਸਾਰ 'ਚ ਪ੍ਰਤੱਖ 'ਚ ਕਿਉਂ ਨਹੀਂ ਕਟਾ ਸਕਦਾ? ਉਹ ਚੇਤਾ ਕਰਾਉਣਾ ਹੁੰਦਾ ਹੈ। ਕਈ ਵਾਰ ਆਪਾਂ ਨਿਰੰਕਾਰ ਨੂੰ, ਪਰਮਾਤਮਾ ਨੂੰ ਭੁੱਲ ਜਾਂਦੇ ਆ ਜੀ, ਰੱਬ ਤੋਂ ਦੂਰ ਹੋ ਜਾਂਦੇ ਆ, ਸਮਝਦੇ ਨਹੀਂ। ਉਹ ਫਿਰ ਚੇਤੇ ਕਰਾਉਂਦਾ, ਦਿੱਤਾ ਲਿਆ ਅੱਗੇ ਆਉਂਦਾ ਹੈ। ਕਈ ਵਾਰ ਆਪਾਂ ਵਾਲ ਬਚ ਜਾਂਦੇ ਆ ਕਿਸੇ ਹਾਦਸੇ ਤੋਂ, ਰੱਬ ਨਾ ਕਰੇ ਕਿਸੇ ਨਾਲ ਏਦਾਂ ਹੋਵੇ। ਕਈ ਵਾਰ ਸਾਡਾ ਬਚਾਅ ਹੋ ਜਾਂਦਾ, ਫਿਰ ਆਪਾਂ ਕਹਿੰਦੇ ਆ ਵੀ ਕੋਈ ਦਿੱਤਾ ਲਿਆ ਅੱਗੇ ਆ ਗਿਆ, ਫਿਰ ਅੱਗੇ ਕਰਮਾਂ ਦੇ ਲਿਖੇ ਨੇ। ਉਹ ਨਿਰੰਕਾਰ ਦੇ ਵਚਨ, ਇਹ ਬਾਣੀ ਐਸੀ ਹੈ, ਐਸੀ ਹੈ ਗੁਰੂ ਨਾਨਕ ਦਾ ਘਰ। ਜਿਹਨੂੰ ਵੀ ਗੁਰੂ ਦੀ ਬਾਣੀ, ਆ ਅੰਮ੍ਰਿਤ ਰੂਪੀ ਵਚਨ ਜਿਹੜੇ ਆ ਪ੍ਰਾਪਤ ਹੋ ਗਏ ਨਾ, ਜਿਹਦੇ ਮੁਖ ਦੇ ਵਿੱਚ ਜਪਣਾ ਸ਼ੁਰੂ ਹੋ ਗਿਆ, ਕੰਨਾਂ 'ਚ ਬਾਣੀ ਪੈ ਗਈ, ਉਹਨੂੰ ਜੀਵਨ ਦਾਨ ਮਿਲਿਆ, ਉਹਨਾਂ ਦਾ ਹੀ ਉਧਾਰ ਹੋ ਗਿਆ। ਆਉਂਦਾ ਹੁੰਦਾ ਦੁੱਖਾਂ ਵਾਲਾ ਸਮਾਂ, ਪਰ ਉਹਦੀ ਕਿਰਪਾ ਦੇ ਨਾਲ ਕੱਟ ਜਾਂਦਾ ਹੈ। ਜੀਵਨ ਮਿਲ ਗਿਆ ਜੀ ਗੁਰੂ ਕੋ, ਉਸ ਬੱਚੇ ਨੂੰ ਰਹਿੰਦਾ ਹੁੰਦਾ ਕੋਈ ਸਮਾਂ ਸੰਸਾਰ 'ਚ, ਦੁਬਾਰੇ ਆਉਣਾ ਹੁੰਦਾ ਉਹਨੇ ਲੇਖਾ ਜੋਖਾ ਕਰਨ ਵਾਸਤੇ। ਫਿਰ ਉਹ ਗੁਰੂ ਐਸੀ ਕਿਰਪਾ ਕਰਦਾ, ਕਿਉਂਕਿ ਸਮਰੱਥ ਗੁਰੂ ਸਿਰ ਹੱਥ ਧਰਿਓ। ਗੁਰੂ ਸਮਰੱਥ ਹੈ, ਜਦੋਂ ਕਿਰਪਾ ਦੇ ਘਰ ਵਿੱਚ ਉਹ ਆਉਂਦੇ ਆ ਨਾ ਜੀ, ਉਹ ਸਭ ਕੁਛ ਕਰ। ਜਦ ਅੰਤਰਜਾਮੀ ਨੇ, ਸਮਰੱਥ ਨੇ, ਇੱਥੇ ਤਾਂ ਸਾਥ ਨਿਭਾਉਂਦੇ ਆ, ਪਰਲੋਕ ਵਿੱਚ ਵੀ ਨਾਲ ਜਾਂਦੇ ਆ। ਫਿਰ ਉਹ ਗੁਰੂ ਕੀ ਨਹੀਂ ਕਰ ਸਕਦਾ? ਸਾਡੇ ਹੱਥ 'ਚ ਕੁਛ ਨਹੀਂ ਆ, ਕੁਛ ਵੀ ਨਹੀਂ। ਉਹ ਨਿਰੰਕਾਰ ਪਰਮਾਤਮਾ ਸਭ ਕੁਛ ਕਰ ਸਕਦਾ ਹੈ, ਗੁਰੂ ਸਭ ਕੁਛ ਕਰ ਸਕਦਾ ਹੈ। ਉਹ ਇਤਨਾ ਕਿ ਸਮਰੱਥ ਹੈ। ਪਰ ਸਿੱਖ ਨੂੰ ਭਰੋਸਾ ਹੋਵੇ। ਜਦ ਸਾਨੂੰ ਭਰੋਸਾ ਵੱਧ ਗਿਆ ਨਾ ਜੀ, ਫਿਰ ਸਾਨੂੰ ਲੋੜ ਨਹੀਂ ਦਰ ਤੇ ਜਾ ਕੇ ਮੱਥੇ ਰਗੜਨ ਦੀ, ਨੱਕ ਰਗੜਨ ਦੀ ਲੋੜ ਨਹੀਂ। ਭਰੋਸਾ ਬਣਨਾ ਹੀ ਜ਼ਰੂਰੀ ਆ। ਉਹ ਤਾਂ ਸਾਡਾ ਬਣ ਜਾਂਦਾ, ਅਸੀਂ ਨਹੀਂ ਉਹਦੇ ਬਣਦੇ। ਬੈਰਾਗਮਈ ਹੋ ਜਾਣਾ ਹੀ, ਬੈਰਾਗ ਪੈਦਾ ਹੋ ਜਾਣਾ ਹੀ ਉਹਦੇ ਹੋਣਾ ਹੈ। ਆਪਣਾ ਬਣਾਉਣਾ ਪੈਣਾ ਜੀ। ਸੋ ਮਹਾਰਾਜ ਨੇ ਜਦੋਂ ਦੂਜਾ ਸ਼ਬਦ ਉਚਾਰਨ ਕੀਤਾ, ਪੜ੍ਹਿਆ ਨਾ, ਉਹ ਬੱਚਾ ਜਿਹੜਾ ਸਿਮਰਿਆ ਹੋਇਆ ਕਹਿੰਦੇ ਜਿਉਂਦਾ ਹੋ ਗਿਆ।
ਇੱਥੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਜੋ ਆ ਸਿੱਖੀ ਹੈ ਨਾ ਵਣਜਾਰਿਆਂ ਵਿੱਚ, ਉੱਥੋਂ ਪੈਦਾ ਪ੍ਰਫੁੱਲਤ ਹੋਈ ਹੈ। ਉਹ ਵਣਜਾਰਿਆਂ ਦਾ ਰਾਜਾ ਸੀਗਾ। ਉੱਥੋਂ ਕਈ ਵਾਰ ਆਉਂਦੀਆਂ ਨੇ ਐਡਾਂ ਖਬਰਾਂ ਨੈੱਟਾਂ ਤੇ, ਵਣਜਾਰੇ ਸਿੱਖ ਉੱਥੋਂ ਬਣੇ ਨੇ। ਉਹ ਗੁਰੂ ਨਾਨਕ ਦੇ ਪਰ ਉਪਕਾਰ ਭੁੱਲੇ ਨਹੀਂ ਅੱਜ ਤੱਕ। ਉਹਨਾਂ ਨੇ ਸਾਂਭੀ ਹੋਈ ਹੈ ਗੁਰੂ ਨਾਨਕ ਦੀ ਸਿੱਖੀ। ਬੇਸ਼ੱਕ ਉਹ ਹਿੰਦੀ ਬੋਲਦੇ ਆ ਵਿੱਚ ਵਿੱਚ, ਉਹਨਾਂ ਦੀ ਭਾਸ਼ਾ ਹੀ ਹੋਰ ਹੈ, ਪਰ ਉਹਨਾਂ ਨੇ ਗੁਰੂ ਨਾਨਕ ਦੀ ਸਿੱਖੀ ਸਾਂਭੀ ਹੋਈ ਹੈ। ਕੇਸ ਦਾੜੇ ਉਹਨਾਂ ਨੇ ਰੱਖੇ ਹੋਏ ਨੇ, ਉਲਟ ਨਹੀਂ ਹੋਏ ਗੁਰੂ ਨਾਨਕ ਦੇ ਫਲਸਫੇ ਤੋਂ, ਗੁਰੂ ਨਾਨਕ ਦੀ ਵਿਚਾਰਧਾਰਾ ਤੋਂ ਉਹ ਉਲਟ ਨਹੀਂ ਹੋਏ, ਸਾਂਭਿਆ ਹੋਇਆ ਉਹਨਾਂ ਨੇ। ਛੋਟੇ ਛੋਟੇ ਦਰਬਾਰ ਸਾਹਿਬ, ਗੁਰਦੁਆਰੇ ਸਾਹਿਬ ਉਹਨਾਂ ਨੇ ਬਣਾਏ ਹੋਏ ਨੇ। ਇਹ ਗੁਰੂ ਨਾਨਕ ਦੇ ਘਰ ਦਾ ਉਹਨਾਂ ਨੇ ਵਿਰਧ ਚੇਤੇ ਰੱਖਿਆ ਹੋਇਆ। ਹੁਣ ਆਪਣੇ ਘਰਾਂ 'ਚ ਨਿਗਾਹ ਮਾਰ ਲਿਓ, ਕੇਸ ਦਾੜਿਆਂ ਵੱਲ ਕਿੱਥੇ ਗਾ ਕੰਮ। ਸੋ ਆਪਣੇ ਗੁਰੂ ਦਾ ਵਚਨ ਜਿਹੜਾ ਵਾ, ਸਿਧਾਂਤ ਜਿਹੜਾ, ਉਹਦੀ ਕਿਰਪਾ ਜਿਹੜੀ ਹੈ, ਬਹੁਤ ਵੱਡੇ ਕਰਮਾਂ ਦੀ ਗੱਲ ਹੈ ਸਿੱਖੀ ਧਰਮ 'ਚ ਪੈਦਾ ਹੋਣਾ। ਜਿਸ ਧਰਮ ਦੇ ਵਿੱਚ, ਜਿਸ ਗ੍ਰੰਥ ਦੇ ਵਿੱਚ, ਜਿਸ ਬਾਣੀ ਦੇ ਵਿੱਚ ਸਾਰੇ ਧਰਮਾਂ ਦੀ, ਸਾਰੀ ਲੋਕਾਈ ਦੀ, ਸਾਰੇ ਵਰਨਾਂ ਦੀ ਸਾਂਝੀ ਗੱਲ ਕੀਤੀ ਗਈ ਆ। ਨਾ ਕੋਈ ਜਾਤ, ਨਾ ਪਾਤ, ਨਾ ਧਰਮ, ਨਾ ਕਰਮ। ਇੱਕ ਕਿ ਮਨੁੱਖ ਬਣਾਇਓ ਮਾਲਕ ਨੇ, ਬੰਦੇ ਬਣਾਇਓ, ਬੰਦੇ ਬਣ ਕੇ ਜਾਓ। ਜੇ ਗੁਰੂ ਨਾਨਕ ਦਾ ਘਰ ਇੱਕ ਸਮਝਦਾ ਤਾਂ ਹੀ ਗੁਰਮੁਖ ਪਿਆਰਿਓ। ਜੇ ਗੁਰੂ ਸਾਹਿਬਾਨਾਂ ਦੀ ਬਾਣੀ ਹੈ, ਇੱਥੇ ਭੱਟਾਂ ਦੀ ਵੀ ਬਾਣੀ ਹੈ, ਨਾਮਦੇਵ ਸ਼ਿੰਬੇ ਦੀ ਵੀ ਬਾਣੀ ਹੈ। ਦੁਨਿਆਵੀ ਤੌਰ ਤੇ ਗੱਲਾਂ ਨੇ। ਧਰਮ ਸਿੱਖੀ ਦੇ ਵਿੱਚ, ਬਾਣੀ ਦੇ ਵਿੱਚ ਕੋਈ ਜਾਤ ਪਾਤ ਤਾਂ ਹੀ ਨਹੀਂ, ਇੱਕ ਸਮਝਣ ਦਾ ਨੁਕਤਾ ਹੈ। ਭਾਵ ਜਿਨ੍ਹਾਂ ਨੇ ਰੱਬ ਦੀ ਗੱਲ ਕੀਤੀ, ਜਿਨ੍ਹਾਂ ਨੇ ਨਿਰੰਕਾਰ ਦੇ ਨਾਲ ਸੁਰਤ ਜੋੜੀ ਨਾ, ਉਹਨਾਂ ਦੀ ਬਾਣੀ ਲੱਭ ਕੇ ਪਿੱਛੇ ਵਿਚਾਰਿਆ ਸੀ। 4-5 ਦਿਨ ਹੋ ਗਏ ਆਪਾਂ, ਗੁਰੂ ਅਰਜਨ ਸਾਹਿਬ ਜੀ ਨੇ ਬਾਣੀ ਲੱਭੀ, ਖੋਜੀ ਕਿ ਕਿੰਨਾ ਨੇ ਨਿਰੰਕਾਰ ਦਾ ਜਸ ਕੀਤਾ ਹੈ। ਇਹ ਫਿਰ ਮਹਾਰਾਜ ਨੂੰ ਕਿੱਥੇ ਪਤਾ ਸੀਗਾ, ਆਪਾਂ ਨੂੰ ਕਿੱਥੇ ਪਤਾ ਕਿ ਕਿਹਨੇ ਰੱਬ ਦੀ ਗੱਲ ਲਿਖੀ ਹੋਈ ਹੈ। ਆਮਦ ਹੋਈ, ਸੁਰਤ ਜੁੜਦੀ ਹੈ ਨਾ ਜਦੋਂ, ਉਦੋਂ ਫਿਰ ਇਹ ਤਾਂ ਹੈ ਨਹੀਂ ਕਿ ਵੀਰ ਸਾਹਿਬ ਜੀ, ਬਾਬਾ ਫਰੀਦ ਜੀ ਆਪ ਆ ਕੇ ਮਹਾਰਾਜ ਨੂੰ ਬਾਣੀ ਦੇ ਕੇ ਗਏ ਸੀ। ਖੋਜੀ ਮਹਾਰਾਜ ਨੇ, ਜਿਨ੍ਹਾਂ ਨੇ ਗੁਰੂ ਨਾਨਕ ਦੀ ਗੱਲ ਕੀਤੀ, ਪਰਮਾਤਮਾ ਦੀ ਨਿਰੰਕਾਰ ਸਰੂਪ ਨਾਨਕ ਦੇਵ ਵਿਚਾਰ ਕੀਤੀ ਪਰਮੇਸ਼ਰ ਦੀ, ਉਹ ਬਾਣੀ ਲੱਭੀ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਣਾ ਕੀਤੀ ਹੈ। ਸੇ ਮੁਸਲਮਾਨ ਵੀ ਬੈਠੇ ਨੇ, ਮੁਸਲਮਾਨ ਫਕੀਰ, ਜਿਨ੍ਹਾਂ ਨੇ ਨਿਰੰਕਾਰ ਸਰੂਪ ਦੀ ਵਡਿਆਈ ਕੀਤੀ ਹੈ। ਮਹਾਰਾਜ ਦੇ ਵਿੱਚ ਬਾਣੀ ਹੈ। ਸੋ ਇਸ ਕਰਕੇ ਪ੍ਰੇਮੀਓ, ਬਾਣੀ ਦੇ ਸਿਧਾਂਤ ਨਾਲ ਜੁੜੀਏ, ਗੁਰੂ ਤੇ ਭਰੋਸਾ ਰੱਖਿਓ, ਸਭ ਕੁਝ ਕਰ ਸਕਦਾ ਹੈ। ਜਿਸ ਦਿਨ ਭਰੋਸਾ ਬਣ ਗਿਆ, ਉਸੇ ਦਿਨ ਗੱਲ ਬਣ ਜਾਣੀ, ਉਸੇ ਦਿਨ। ਇਹ ਨਹੀਂ ਵੀ ਭੁੱਖ ਸਾਨੂੰ ਅੱਜ ਲੱਗੀ ਆ, ਰੋਟੀ ਹੁਣ ਖਾਵਾਂਗੇ, ਅੱਗੇ ਜਾ ਕੇ ਭੁੱਖ ਮਿਟੂ, ਨਹੀਂ, ਨਾਲ ਦੀ ਨਾਲ ਕਲਯੁਗ ਹੈ। ਇਹ ਤਾਂ ਨਾਲ ਦੀ ਨਾਲ ਆਏ ਕਰ ਕਰੇ ਸੋਇ ਕਰ ਪਾਏ, ਤੁਰੀਏ। ਬਸ ਸਾਡਾ ਅੰਦਰੋਂ ਜੁੜਨਾ ਜ਼ਰੂਰੀ ਹੈ। ਅੰਦਰੋਂ ਜਦੋਂ ਅੰਦਰੋਂ ਜੁੜ ਗਏ, ਗੱਲ ਬਣ ਜਾਣੀ ਹੈ। ਆਓ ਜੀ, ਇਹ ਇਤਿਹਾਸ ਦੇ ਵਿਚਾਰ ਇੱਥੇ ਸਮਾਪਤ।